ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਫੇਰ ਮੈਂ ਤੁਹਾਡੇ ਆਪਣੀ ਚੈਨਲ ਪਾਵਰ ਆਫ ਗੁਰਬਾਣੀ ਦੇ ਉੱਪਰ ਇੱਕ ਨਵਾਂ ਵਿਸ਼ਾ ਲੈ ਕੇ ਆਇਆ ਹਾਂ। ਸੋ ਆਪਣਾ ਅੱਜ ਦਾ ਵਿਸ਼ਾ ਹੈ ਮੂਲ ਮੰਤਰ ਪਰਮਾਤਮਾ ਦਾ ਚਿਹਰਾ ਹੈ ਅਤੇ ਵਾਹਿਗੁਰੂ ਮੰਤਰ ਪਰਮਾਤਮਾ ਦਾ ਸਰੀਰ ਹੈ। ਸੋ ਸੰਗਤ ਜੀ, ਜਿਹੜੀ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨ ਲੱਗਿਆ ਹਾਂ, ਇਹ ਗੱਲ ਦਾਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਪ੍ਰਤੱਖ ਹੋ ਕੇ ਸਮਝਾਈ ਹੈ। ਸੰਗਤ ਜੀ, ਪਹਿਲਾਂ ਮੈਂ ਆਪ ਜੀ ਨੂੰ ਬੇਨਤੀ ਕਰ ਲਵਾਂ ਕਿ ਆਪਣੀ ਕਿਤਾਬ ਗਿਆਨ ਰਤਨਾਕਰ ਬਹੁਤ ਸਾਰੇ ਹੱਥਾਂ ਵਿੱਚ ਪਹੁੰਚ ਚੁੱਕੀ ਹੈ ਅਤੇ ਬਹੁਤ ਸਾਰੇ ਵੀਰ ਭੈਣ ਇਸ ਕਿਤਾਬ ਦਾ ਲਾਹਾ ਖੱਟ ਰਹੇ ਹਨ। ਬਹੁਤ ਸਾਰੇ ਕਥਾਵਾਚਕਾਂ ਦੇ ਤੇ ਕੀਰਤਨੀਏ ਸਿੰਘਾਂ ਦੇ ਫੋਨ ਆਏ ਹਨ। ਉਹ ਕਹਿੰਦੇ ਹਨ ਕਿ ਭਾਜੀ, ਸਾਡੀ ਜਾਣਕਾਰੀ ਵਾਸਤੇ ਇਹ ਕਿਤਾਬ ਇੱਕ ਨਵਾਂ ਵਿਸ਼ਾ ਹੈ। ਬਹੁਤ ਸਾਰੇ ਵਿਸ਼ੇ ਇਸ ਵਿੱਚ ਐਸੇ ਹਨ ਜਿਹੜੇ ਹਲੇ ਤੱਕ ਅਣਛੋਏ ਹਨ ਤੇ ਸਟੇਜਾਂ ਤੋਂ ਵਾਂਝੇ ਹਨ। ਅਸੀਂ ਇਸ ਕਿਤਾਬ ਨੂੰ ਪੜ੍ਹ ਕੇ ਇਸ ਦੇ ਬਹੁਤ ਸਾਰੇ ਵਿਸ਼ਿਆਂ ਨੂੰ ਸਟੇਜ ਉੱਤੇ ਸੰਗਤ ਨਾਲ ਸਾਂਝੇ ਕਰਾਂਗੇ। ਇਟਲੀ ਤੋਂ ਇੱਕ ਭੈਣ ਬਾਰੇ ਪਤਾ ਲੱਗਿਆ ਕਿ ਉਹ ਭਾਵੇਂ ਰੋਜ਼ ਹੀ ਗੁਰਬਾਣੀ ਦਾ ਪਾਠ ਕਰਦੇ ਹਨ ਅਤੇ ਗੁਰਬਾਣੀ ਨਾਲ ਰਿਲੇਟਡ ਬਹੁਤ ਸਾਰੀਆਂ ਗੱਲਾਂ ਵੀ ਕਰਦੇ ਹਨ, ਪਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਦਾ ਬੇਟਾ ਉਹਨਾਂ ਕੋਲੋਂ ਸਿੱਖੀ ਬਾਰੇ ਪੁੱਛਦਾ ਤਾਂ ਮੈਂ ਠੀਕ ਤਰ੍ਹਾਂ ਜਵਾਬ ਨਹੀਂ ਦੇ ਪਾਉਂਦੀ ਸੀ, ਪਰ ਜਦੋਂ ਦੀ ਮੇਰੇ ਹੱਥਾਂ ਵਿੱਚ ਗਿਆਨ ਰਤਨਾਕਰ ਆਈ ਹੈ ਤਾਂ ਮੈਂ ਆਪਣੇ ਬੱਚੇ ਦੇ ਸਵਾਲਾਂ ਦਾ ਝਟਵਾ ਜਵਾਬ ਦੇ ਦਿੰਦੀ ਹਾਂ। ਉਸ ਦੇ ਵਿੱਚੋਂ ਗਿਆਨ ਰਤਨਾਕਰ ਮੈਂ ਕਾਫੀ ਪੜ੍ਹ ਲਈ ਹੈ ਤੇ ਜਿਸ ਦੇ ਵਿੱਚ ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ, ਸਾਖੀਆਂ ਮੇਰੀ ਸਮਝ ਵਿੱਚ ਆਈਆਂ ਤੇ ਮੇਰੇ ਦਿਮਾਗ ਵਿੱਚ ਵਸ ਗਈਆਂ। ਤੇ ਹੁਣ ਜਦੋਂ ਬੱਚਾ ਮੇਰਾ ਕੋਈ ਸਵਾਲ ਕਰਦਾ, ਜਦੋਂ ਮੈਂ ਉਸਨੂੰ ਜਵਾਬ ਦੇ ਦਿੰਦੀ ਹਾਂ ਗੁਰਬਾਣੀ ਪ੍ਰਤੀ, ਸਿੱਖੀ ਪ੍ਰਤੀ। ਤਾਂ ਅੱਗੇ ਫਿਰ ਦੇਸ਼ ਵਿਦੇਸ਼ਾਂ ਤੋਂ ਬਹੁਤ ਸਾਰੇ ਵੀਰ ਭੈਣਾਂ ਦੇ ਫੋਨ ਆ ਰਹੇ ਹਨ ਕਿ ਉਹਨਾਂ ਨੂੰ 10 ਕਿਤਾਬਾਂ ਭੇਜ ਦਿਓ। ਕੋਈ ਕਹਿੰਦਾ ਮੈਨੂੰ 5 ਕਿਤਾਬਾਂ ਭੇਜ ਦਿਓ ਜੀ, ਕੋਈ ਕਹਿੰਦਾ 10 ਕਿਤਾਬਾਂ ਭੇਜ ਦਿਓ ਜੀ। ਅਸੀਂ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਜਨਮ ਦਿਨ ਉੱਤੇ ਇਹ ਕਿਤਾਬ ਗਿਫਟ ਕਰਨੀ ਹੈ। ਸੰਗਤ ਜੀ ਦੇਖੋ, ਉਹਨਾਂ ਲੋਕਾਂ ਦੀ ਕਿੰਨੀ ਸੋਹਣੀ ਸੋਚ ਹੈ। ਉਹ ਹੋਰ ਤੋਹਫੇ ਦੇਣ ਦੇ ਨਾਲੋਂ ਗੁਰਬਾਣੀ ਨਾਲ ਜੁੜੀ ਕਿਤਾਬ ਗਿਆਨ ਰਤਨਾਕਰ ਦੇਣਾ ਹੀ ਪਸੰਦ ਕਰਦੇ ਹਨ। ਸੰਗਤ ਜੀ, ਇਸ ਤਰ੍ਹਾਂ ਸੁਣ ਕੇ ਤੁਹਾਡੇ ਹੌਸਲੇ ਵੱਧਦੇ ਹਨ। ਗੁਰਬਾਣੀ ਨਾਲ ਜੁੜਨ ਵਾਸਤੇ, ਇਹ ਕਿਤਾਬ ਪੜ੍ਹਨ ਵਾਸਤੇ ਵੀ ਤੁਹਾਡਾ ਹੌਸਲਾ ਵੱਧਦਾ ਹੋਵੇਗਾ ਸੁਣ ਕੇ, ਤੇ ਇਹ ਕਿਤਾਬ ਕਿਸੇ ਨੂੰ ਗਿਫਟ ਕਰਨ ਵਾਸਤੇ ਵੀ ਤੁਹਾਡਾ ਹੌਸਲਾ ਵਧੇਗਾ। ਬਈ ਮੇਰਾ ਤਾਂ ਬਹੁਤ ਹੌਸਲਾ ਵੱਧਦਾ ਗਿਆਨ ਰਤਨਾਕਰ ਕਿਤਾਬ ਦੀ ਵਡਿਆਈ ਸੁਣ ਕੇ। ਸੰਗਤ ਜੀ, ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਵਿਸ਼ੇ ਦੀ ਕਿ ਮੂਲ ਮੰਤਰ ਪਰਮਾਤਮਾ ਦਾ ਚਿਹਰਾ ਹੈ ਤੇ ਵਾਹਿਗੁਰੂ ਮੰਤਰ ਪਰਮਾਤਮਾ ਜੀ ਦਾ ਸਰੀਰ ਹੈ, ਨਿਰੰਕਾਰ ਜੀ ਦਾ। ਸੰਗਤ ਜੀ, ਸਿੱਖ ਜਗਤ ਵਿੱਚ ਮੂਲ ਮੰਤਰ ਅਤੇ ਵਾਹਿਗੁਰੂ ਮੰਤਰ ਦੀ ਬਹੁਤ ਮਹਾਨਤਾ ਹੈ। ਗੁਰਬਾਣੀ ਦਾ ਵਾਕ ਹੈ, ਮੂਲ ਮੰਤਰ ਹਰਿ ਨਾਮ ਰਸਾਇਣ ਕਉ ਨਾਨਕ ਪੂਰਾ ਪਾਇਆ।
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1040 ਦੇ ਉੱਪਰ ਸਵਾਇਮਾਨ ਹੈ। 1040 ਦੇ ਉੱਪਰ ਮਾਰੂ ਸੋਲਿਆਂ ਦਾ ਸ਼ਬਦ ਹੈ। ਤਾਂ ਇਸ ਤਰ੍ਹਾਂ ਸਤਿਗੁਰੂ ਜੀ ਨੇ ਬਚਨ ਕੀਤਾ, ਮੂਲ ਮੰਤਰ ਹਰਿ ਨਾਮ ਰਸਾਇਣ ਕੋ ਨਾਨਕ ਪੂਰਾ ਪਾਇਆ। ਇਸ ਪੰਕਤੀ ਦਾ ਅਰਥ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮੂਲ ਮੰਤਰ ਦਾ ਜਾਪ ਹੀ ਹਰੀ ਪ੍ਰਮਾਤਮਾ ਦੇ ਨਾਮ ਦਾ ਅਸਲੀ ਰਸ ਹੈ। ਰਸਾਇਣ ਦਾ ਅਰਥ ਹੈ ਕਿ ਰਸਾਂ ਦਾ ਖਜ਼ਾਨਾ। ਪ੍ਰਮਾਤਮਾ ਦੇ ਗਿਆਨ ਦਾ ਮੁੱਢ ਮੂਲ ਮੰਤਰ ਹੀ ਹੈ। ਜਿਵੇਂ ਅੱਗੇ ਫੇਰ 1082 ਦੇ ਉੱਪਰ ਸਤਿਗੁਰੂ ਜੀ ਦਾ ਬਚਨ, ਅਮੋਘ ਦਰਸ਼ਨ ਅਜੂਨੀ ਸੰਭਵ ਅਕਾਲ ਮੂਰਤ ਜਿਸ ਕਦੇ ਨਾਹੀ ਖੋ। ਇਹ ਮੂਲ ਮੰਤਰ ਦਾ ਹੀ ਹਿੱਸਾ ਨਾ ਆਉਂਦਾ ਨਾ, ਅਜੂਨੀ ਸੈਭੰ ਜਾਂ ਅਕਾਲ ਮੂਰਤ ਅਜੂਨੀ ਸੈਭੰ। ਇਹ ਦੋ ਪੰਕਤੀਆਂ ਵਿੱਚ ਇਹ ਸ਼ਬਦਾਂ ਦੀ ਵਰਤੋਂ ਕੀਤੀ ਗਈ। ਅਮੋਘ ਦਰਸ਼ਨ ਅਜੂਨੀ ਸੰਭਵ ਅਕਾਲ ਮੂਰਤ ਜਿਸ ਕਦੇ ਨਾਹੀ ਖੋ। ਇਹਨਾਂ ਪੰਕਤੀਆਂ ਦਾ ਅਰਥ ਹੈ ਕਿ ਪ੍ਰਮਾਤਮਾ ਦਾ ਦਰਸ਼ਨ ਬਹੁਤ ਸੁੱਖ ਅਤੇ ਆਨੰਦ ਦੇਣ ਵਾਲਾ ਹੈ। ਪ੍ਰਮਾਤਮਾ ਦਾ ਦਰਸ਼ਨ ਅਮੋਘ ਦਰਸ਼ਨ ਅਜੂਨੀ ਸੰਭਵ। ਪ੍ਰਮਾਤਮਾ ਦਾ ਦਰਸ਼ਨ ਬਹੁਤ ਸੁੱਖ ਅਤੇ ਆਨੰਦ ਦੇਣ ਵਾਲਾ ਹੈ। ਅਮੋਘ ਦਰਸ਼ਨ ਦਾ ਅਰਥ ਹੈ ਜਿਸ ਦਾ ਦਰਸ਼ਨ ਕਦੇ ਵੀ ਨਿਸ਼ਫਲ ਨਹੀਂ ਜਾਂਦਾ, ਜਿਸ ਦਾ ਦਰਸ਼ਨ ਕਦੇ ਵੀ ਬਿਰਥਾ ਨਹੀਂ ਜਾਂਦਾ, ਕੁਛ ਨਾ ਕੁਛ ਫਲ ਤਾਂ ਜ਼ਰੂਰ ਮਿਲਦਾ ਹੈ। ਅਮੋਘ ਦਰਸ਼ਨ ਦਾ ਇਹ ਅਰਥ ਹੁੰਦਾ ਹੈ। ਜਿਵੇਂ ਕਿ ਗੁਰਬਾਣੀ ਵਿੱਚ ਲਿਖਿਆ, ਅਮੋਘ ਦਰਸ਼ਨ ਬੇਅੰਤ ਅਪਾਰਾ, ਯਾਨੀ ਕਿ ਬਹੁਤ ਸਾਰੇ ਅਪਾਰ ਗਿਣਤੀ ਤੋਂ ਬਾਹਰ ਸੁੱਖ ਮਿਲਦੇ ਆ ਅਮੋਘ ਦਰਸ਼ਨ ਕੀਤਿਆਂ ਤੋਂ, ਪ੍ਰਮਾਤਮਾ ਦੇ ਦਰਸ਼ਨ ਕੀਤਿਆਂ ਤੋਂ। ਸੰਗਤ ਜੀ, ਇਸ ਤਰ੍ਹਾਂ ਪ੍ਰਮਾਤਮਾ ਦੇ ਦਰਸ਼ਨ ਵੀ ਨਿਸ਼ਫਲ ਨਹੀਂ ਜਾਂਦੇ, ਸਤਿਗੁਰੂ ਦੇ ਦਰਸ਼ਨ ਵੀ ਨਿਸ਼ਫਲ ਨਹੀਂ ਜਾਂਦੇ, ਕਈ ਸੰਤਾਂ ਮਹਾਂਪੁਰਸ਼ਾਂ ਜਾਂ ਗੁਰਸਿੱਖਾਂ ਦੇ ਦਰਸ਼ਨ ਵੀ ਨਿਸ਼ਫਲ ਨਹੀਂ ਜਾਂਦੇ। ਇਹ ਸਾਰੀ ਸ਼ਕਤੀ ਮੂਲ ਮੰਤਰ ਪੜ੍ਹ ਕੇ ਹੀ ਮਿਲਣੀ ਹੈ। ਇਹ ਗੱਲ ਯਾਦ ਰੱਖਿਓ। ਜੇ ਅਮੋਘ ਦਰਸ਼ਨ ਕਰਨੇ ਆ ਪਰਮੇਸ਼ਰ ਦੇ, ਐਸੇ ਦਰਸ਼ਨ ਕਰਨੇ ਜਿਨ੍ਹਾਂ ਦਰਸ਼ਨਾਂ ਕਰਕੇ ਕਦੇ ਤੁਹਾਡੀ ਕੋਈ ਇੱਛਾ ਅਧੂਰੀ ਹੀ ਨਾ ਰਹੇ, ਤਾਂ ਇਹ ਸਾਰੀ ਸ਼ਕਤੀ ਤੁਹਾਨੂੰ ਮੂਲ ਮੰਤਰ ਪੜ੍ਹ ਕੇ ਹੀ ਮਿਲਣੀ ਹੈ। ਮੂਲ ਮੰਤਰ ਪੜ੍ਹਨ ਨਾਲ ਹੀ ਨਿਰੰਕਾਰ ਦੇ ਚਿਹਰੇ ਦੇ ਦਰਸ਼ਨ ਹੋਣਗੇ। ਉੱਪਰਲੀ ਪੰਕਤੀ ਦਾ ਇਹੋ ਹੀ ਅਰਥ ਹੈ ਕਿ ਉਹ ਪ੍ਰਮਾਤਮਾ ਆਪਣੇ ਆਪ ਤੋਂ ਹੀ ਪੈਦਾ ਹੋਇਆ ਤੇ ਸਾਰੀਆਂ ਜੂਨੀਆਂ ਤੋਂ ਰਹਿਤ ਹੈ। ਅਕਾਲ ਮੂਰਤ ਅਜੂਨੀ ਸੰਭਵ। ਅਕਾਲ ਮੂਰਤ ਅਮੋਘ ਦਰਸ਼ਨ ਅਜੂਨੀ ਸੰਭਵ ਅਕਾਲ ਮੂਰਤ ਜਿਸ ਕਦੇ ਨਹੀਂ ਖੋ। ਉਹ ਸਾਰੀਆਂ ਜੂਨੀਆਂ ਤੋਂ ਰਹਿਤ ਹੈ। ਪ੍ਰਮਾਤਮਾ ਕਾਲ ਤੋਂ ਰਹਿਤ ਹੈ ਅਤੇ ਉਹ ਸੰਸਾਰ ਦੀਆਂ ਸਾਰੀਆਂ ਸ਼ਕਲਾਂ ਸੂਰਤਾਂ ਤੋਂ ਵੀ ਵੱਖਰਾ ਹੈ। ਉਸ ਦੀ ਸੂਰਤ ਤਾਂ ਹੈ, ਪਰ ਸੰਸਾਰ ਦੇ ਕਿਸੇ ਵੀ ਜੀਵ ਦੇ ਨਾਲ ਉਸ ਦੀ ਸੂਰਤ ਮੇਲ ਨਹੀਂ ਖਾਂਦੀ। ਇਸ ਕਰਕੇ ਉਸ ਨੂੰ ਕਿਸੇ ਦਾ ਡਰ ਨਹੀਂ ਆ। ਸੰਗਤ ਜੀ, ਹਿੰਦੂ ਮਤ ਅਨੁਸਾਰ ਆਦਿ ਕਾਲ ਤੋਂ ਅਤੇ ਵੇਦਾਂ ਤੇ ਪੁਰਾਣਾਂ ਅਨੁਸਾਰ ਓਮ ਸ਼ਬਦ ਈਸ਼ਵਰ ਦੇ ਮੁਖ ਦਾ ਪਹਿਲਾ ਬੋਲ ਹੈ। ਯਾਨੀ ਕਿ ਓਮ ਹੀ ਈਸ਼ਵਰ ਦਾ ਮੁਖ ਹੈ। ਓਮ ਵਿੱਚੋਂ ਹੀ ਪ੍ਰਗਟ ਹੋਏ ਵਿਸ਼ਨੂੰ, ਸ਼ਿਵ ਅਤੇ ਬ੍ਰਹਮਾ ਵਰਗੇ ਤਿੰਨ ਦੇਵਤੇ। ਇਸ ਤੋਂ ਬਾਅਦ ਜਗਤ ਦਾ ਪਸਾਰਾ ਹੋਇਆ ਹੈ। ਇੱਧਰ ਸਿੱਖੀ ਦੀ ਗੁਰਮਤਿ ਧਾਰਨਾ ਅਨੁਸਾਰ ਇੱਕ ਓਂਕਾਰ ਵਿੱਚ ਵਰਤੀ ਗਈ ਅੱਖਰ ਸੰਖਿਆ ਵਿੱਚੋਂ ਇੱਕ ਤੋਂ ਭਾਵ ਹੈ ਕਿ ਪ੍ਰਮਾਤਮਾ ਇੱਕ ਹੈ ਅਤੇ ਉਹਦੇ ਨਾਲ ਲੱਗੀ ਹੋਈ ਡੰਡੀ ਤੋਂ ਭਾਵ ਹੈ ਜਗਤ ਦੇ ਪਸਾਰੇ ਦੀ ਵਿਆਖਿਆ ਕਰਦਾ। ਇੱਕ ਤੋਂ ਭਾਵ ਹੈ ਕਿ ਪ੍ਰਮਾਤਮਾ ਇੱਕ ਹੈ ਅਤੇ ਉਹਦੇ ਨਾਲ ਲੱਗੀ ਹੋਈ ਡੰਡੀ ਜਗਤ ਦੇ ਪਸਾਰੇ ਦੀ ਵਿਆਖਿਆ ਕਰਦੀ ਹੈ।
ਪਰ ਜਦੋਂ ਅਸੀਂ ਗਿਆਨ ਦੇ ਸਾਗਰ ਵਿੱਚ ਵਾਹਿਗੁਰੂ ਪਰ ਜਦੋਂ ਅਸੀਂ ਗਿਆਨ ਦੇ ਸਾਗਰ ਵਿੱਚ ਡੂੰਘੀਆਂ ਚੁੰਬੀਆਂ ਮਾਰਦੇ ਹਾਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਨਾਲ ਪ੍ਰੇਮ ਵਿੱਚ ਲਬਾ ਲੱਭ ਭਰ ਕੇ ਇੱਕ ਓੰਕਾਰ ਦੀ ਪਰਿਭਾਸ਼ਾ ਨੂੰ ਸਮਝਦੇ ਹਾਂ ਤਾਂ ਸਾਨੂੰ ਇੱਕ ਓੰਕਾਰ ਵਿੱਚੋਂ ਪ੍ਰਮਾਤਮਾ ਦਾ ਚਿਹਰਾ ਦਿਖਾਈ ਦਿੰਦਾ ਹੈ। ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਇੱਕ ਓੰਕਾਰ ਨਾਲ ਵਰਤੇ ਗਏ ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ ਵਰਗੇ ਸ਼ਬਦ ਪ੍ਰਮਾਤਮਾ ਦੇ ਸੰਪੂਰਨ ਚਿਹਰੇ ਦਾ ਅਕਸ ਵਿਖਾਉਂਦੇ ਹਨ। ਅਤੇ ਇਸ ਤੋਂ ਅੱਗੇ ਗੁਰੂ ਜੀ ਨੇ ਆਦਿ ਸੱਚ ਜੁਗਾਦ ਸੱਚ ਕਹਿ ਕੇ ਕਹਿ ਕੇ ਆਪਣੇ ਵੱਲੋਂ ਪੱਕੀ ਮੋਹਰ ਲਗਾ ਦਿੱਤੀ ਕਿ ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਗੱਲ ਤਾਂ ਜੁਗਾਂ ਜੁਗਾਂ ਤੋਂ ਹੀ ਕਹੀ ਜਾ ਰਹੀ ਹੈ ਕਿ ਇਹ ਮੂਲ ਮੰਤਰ ਹੀ ਪ੍ਰਮਾਤਮਾ ਦਾ ਅਸਲੀ ਚਿਹਰਾ ਹੈ। ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਤੋਂ ਅੱਗੇ ਪ੍ਰਮਾਤਮਾ ਦੇ ਰੂਪ ਦੀ ਇਸ ਤਰ੍ਹਾਂ ਵਿਆਖਿਆ ਕਰਦੇ ਹਨ। ਹੇ ਈਸ਼ਵਰ, ਤੇਰੇ ਦਰਸ਼ਨ ਕਰਕੇ ਲੱਗਦਾ ਕਿ ਤੂੰ ਸਤਨਾਮ ਹੈ, ਤੂੰ ਸਭ ਚੀਜ਼ਾਂ ਦਾ ਕਰਤਾ ਹੈ, ਪੁਰਖਾਂ ਤੋਂ ਵੱਡਾ ਪੁਰਖ ਹੈ। ਤੇਰੇ ਚਿਹਰੇ ਨੂੰ ਦੇਖ ਕੇ ਲੱਗਦਾ ਹੈ ਕਿ ਤੂੰ ਨਿਰਭਉ ਹੈ ਤੇ ਤੂੰ ਨਿਰਵੈਰ ਹੈ। ਤੇਰਾ ਚਿਹਰਾ ਤੇ ਤੇਰੀ ਸੂਰਤ ਕਾਲ ਦੇ ਵਸ ਵਿੱਚ ਨਹੀਂ ਹੈ। ਤੂੰ ਸੰਸਾਰ ਦੀਆਂ ਸਾਰੀਆਂ ਜੋਨੀਆਂ ਤੋਂ ਮੁਕਤ ਹੈ, ਯਾਨੀ ਕਿ ਤੂੰ ਪ੍ਰਿਥਵੀ ਵਾਸਤੇ ਬਣਾਈ ਗਈ ਆਪਣੀ ਹੀ ਮਰਜ਼ਾਦਾ ਤੋਂ ਮੁਕਤ ਹੈ। ਤੇਰੇ ਉੱਤੇ ਸੰਸਾਰ ਦਾ ਕੋਈ ਵੀ ਕਾਨੂੰਨ ਲਾਗੂ ਨਹੀਂ ਹੁੰਦਾ। ਤੂੰ ਛਿਣ ਭੰਗਰ ਵਿੱਚ ਸਭ ਕੁਝ ਭੰਗ ਕਰ ਸਕਦਾ ਹੈ। ਤੂੰ ਆਪਣੀ ਇੱਛਾ ਦਾ ਆਪ ਮਾਲਕ ਹੈ। ਸੋ ਸੰਗਤ ਜੀ, ਇਹ ਸਾਰੇ ਸੰਸਾਰ ਉੱਤੇ ਇੱਕ ਓਂਕਾਰ ਦਾ ਹੀ ਪਸਾਰ ਹੈ। ਸਾਰੇ ਸੰਸਾਰ ਉੱਤੇ ਇਸ ਤਰੀਕੇ ਨਾਲ ਇੱਕ ਓਂਕਾਰ ਦਾ ਹੀ ਪਸਾਰਾ ਹੈ, ਓਂਕਾਰ ਦਾ ਹੀ ਪਸਾਰਾ ਹੈ। ਅਤੇ ਇਹ ਸਭ ਕੁਝ ਇੱਕ ਓਂਕਾਰ ਨੇ ਹੀ ਬਣਾਇਆ ਹੈ। ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਓੰਕਾਰ ਬਰਮਾ ਉਤਪਤ, ਓੰਕਾਰ ਕੀਆ ਜਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ, ਓੰਕਾਰ ਸ਼ਬਦ ਉਧਰੇ, ਓੰਕਾਰ ਗੁਰਮੁਖ ਧਰੇ। ਜਿਸ ਦਾ ਭਾਵ ਅਰਥ ਹੈ ਕਿ ਓੰਕਾਰ ਪ੍ਰਮਾਤਮਾ ਨੇ ਹੀ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਨੂੰ ਪੈਦਾ ਕੀਤਾ ਹੈ। ਇਹਨਾਂ ਤਿੰਨਾਂ ਦੇਵਤਿਆਂ ਤੇ ਹੋਰ ਜੀਵਾਂ ਨੇ ਹੀ ਪ੍ਰਮਾਤਮਾ ਦਾ ਚਿੰਤਨ ਕੀਤਾ ਹੈ। ਜਿਵੇਂ ਕੀ ਹੈ, ਓਂਕਾਰ ਬਰਮਾ ਉਤਪਤ ਦਾ ਮਤਲਬ ਓਂਕਾਰ ਪ੍ਰਮਾਤਮਾ ਨੇ ਹੀ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਨੂੰ ਪੈਦਾ ਕੀਤਾ। ਓਂਕਾਰ ਕੀਆ ਜਿਨ ਚਿੱਤ, ਉਸ ਤੋਂ ਬਾਅਦ ਫਿਰ ਸਾਰੇ ਸੰਸਾਰ ਦੇ ਜੀਵਾਂ ਨੇ ਪ੍ਰਮਾਤਮਾ ਨੂੰ ਆਪਣੇ ਚਿੱਤ ਵਿੱਚ ਚੇਤੇ ਕੀਤਾ, ਓਂਕਾਰ ਨੂੰ। ਓਂਕਾਰ ਸੈਲ ਜੁਗ ਪਏ, ਓਂਕਾਰ ਦੀ ਦ੍ਰਿਸ਼ਟੀ ਨਾਲ ਹੀ, ਓਂਕਾਰ ਦੇ ਹੋਣ ਕਰਕੇ ਹੀ ਸੈਲ ਜੁਗ ਪਏ। ਸੈਲ ਮਤਲਬ ਪਰਬਤ ਤਿਆਰ ਹੋਏ ਤੇ 4 ਯੁੱਗ ਬਣੇ, 4 ਵੇਦ ਪੈਦਾ ਹੋਏ। ਓਂਕਾਰ ਵੇਦ ਨਿਰਮਏ, ਓਂਕਾਰ ਕਰਕੇ ਹੀ 4 ਵੇਦਾਂ ਦਾ ਨਿਰਮਾਣ ਹੋਇਆ। ਓਂਕਾਰ ਸ਼ਬਦ ਉਧਰੇ, ਓਂਕਾਰ ਕਰਕੇ ਹੀ 4 ਵੇਦਾਂ ਦਾ ਨਿਰਮਾਣ ਹੋਇਆ। ਇੱਕ ਓਂਕਾਰ ਸ਼ਬਦ ਦਾ ਜਾਪ ਕਰਕੇ ਹੀ ਸੰਸਾਰ ਦੇ ਜੀਵਾਂ ਦਾ ਉਧਾਰ ਹੋਇਆ। ਓਂਕਾਰ ਸ਼ਬਦ ਉਧਰੇ, ਓਂਕਾਰ ਦਾ, ਇੱਕ ਓਂਕਾਰ ਸ਼ਬਦ ਦਾ ਸਿਮਰਨ ਕਰਕੇ ਸਾਰੇ ਜੀਵ ਉਧਰ ਗਏ। ਓਂਕਾਰ ਗੁਰਮੁਖ ਧਰੇ, ਇੱਕ ਓਂਕਾਰ ਸ਼ਬਦ ਦਾ ਜਾਪ ਕਰਕੇ ਅਤੇ ਇੱਕ ਓਂਕਾਰ ਦੀ ਉਪਾਸਨਾ ਕਰਕੇ ਹੀ ਗੁਰਮੁਖ ਜਨਾਂ ਨੇ ਪ੍ਰਮਾਤਮਾ ਦੀਆਂ ਨਜ਼ਦੀਕੀਆਂ ਪ੍ਰਾਪਤ ਕੀਤੀਆਂ। ਸੋ ਸੰਗਤ ਜੀ, ਅੱਜ ਮੈਂ ਆਪ ਜੀ ਨਾਲ ਆਪਣੇ ਨਿੱਜੀ ਤਜਰਬੇ ਦੀ ਗੱਲ ਕਰਦਾ। ਜਿਹੜੀ ਗੱਲ ਆਪਾਂ ਕਰਨ ਲੱਗੇ ਹਾਂ
ਇਸ ਗੱਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਹਿਮਤ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ। ਬੇਸ਼ੱਕ ਦਾਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਹੈ, ਭਾਵੇਂ ਦਾਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਉੱਤੇ ਸਿਰ ਰੱਖਣ ਦਾ ਸੁਭਾਗ ਵੀ ਪ੍ਰਾਪਤ ਹੁੰਦਾ ਹੈ, ਪਰ ਫਿਰ ਵੀ ਰੱਬ ਦੇ ਪਿਆਸਿਆਂ ਨੂੰ ਅੱਗੇ ਹੋਰ ਪਿਆਸ ਲੱਗਦੀ ਹੀ ਰਹਿੰਦੀ ਹੈ। ਨਾ ਕਦੇ ਜਗਤ ਦੇ ਜੀਵਾਂ ਦੀ ਸੰਸਾਰ ਦੇ ਪਦਾਰਥਾਂ ਤੋਂ ਪਿਆਸ ਬੁਝਦੀ ਹੈ ਅਤੇ ਨਾ ਹੀ ਭਗਤਾਂ ਦੀ ਰੱਬ ਦੇ ਦਰਸ਼ਨਾਂ ਤੋਂ ਪਿਆਸ ਬੁਝਦੀ ਹੈ। ਇਹ ਦੋਵੇਂ ਪਿਆਸੇ ਹੀ ਰਹਿੰਦੇ ਆ। ਸੰਸਾਰੀ ਜੀਵ ਸੰਸਾਰ ਤੋਂ ਪਿਆਸੇ ਰਹਿੰਦੇ ਹਨ ਅਤੇ ਭੰਡਾਰੀ ਜੀਵ ਰੱਬੀ ਪਿਆਰ ਤੋਂ ਪਿਆਸੇ ਰਹਿੰਦੇ ਹਨ। ਹਾਂ, ਇੱਕ ਗੱਲ ਮੈਂ ਜ਼ਰੂਰ ਕਹਿ ਦੇਵਾਂ ਕਿ ਮੈਂ ਕਿਸੇ ਭਾਸ਼ਾ ਦਾ ਸ਼ਾਸਤਰੀ ਨਹੀਂ ਹਾਂ ਅਤੇ ਨਾ ਹੀ ਮੈਂ ਗਿਆਨ ਸ਼ਾਸਤਰੀ ਹਾਂ। ਮੇਰੇ ਬੋਲ ਮੇਰੇ ਆਪਣੇ ਹੈ। ਦਾਸ ਜੋ ਵੀ ਬੋਲਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ ਵਿੱਚ ਹੀ ਬੋਲਦਾ ਹੈ। ਮੇਰੇ ਬੋਲ ਅਤੇ ਮੇਰਾ ਗਿਆਨ ਕਿਸੇ ਗ੍ਰੰਥ ਜਾਂ ਕਿਸੇ ਕਿਤਾਬ ਦਾ ਮੁਤਾਜ ਨਹੀਂ ਹੈ। ਦਾਸ ਉਹੀ ਬੋਲਦਾ ਜੋ ਨਾਨਕ ਜੀ ਬੁਲਾਉਂਦੇ ਹਨ ਜਾਂ ਫਿਰ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭਾਉਂਦਾ ਹੈ। ਸੰਗਤ ਜੀ, ਮਨ ਵਿੱਚ ਇੱਕ ਦਿਨ ਖਿਆਲ ਆਇਆ ਕਿ ਭਾਵੇਂ ਮੈਂ ਸੁਤੇਮਾਨ ਪ੍ਰਕਾਸ਼ ਪ੍ਰਮਾਤਮਾ ਦੇ ਦਰਸ਼ਨ ਕਈ ਵਾਰ ਕੀਤੇ ਹਨ, ਉਸ ਨਿਰੰਜਨੀ ਜੋਤ ਦੇ, ਪਰ ਉਸ ਦੇ ਅਸਲੀ ਰੂਪ ਦੇ ਪ੍ਰਤੱਖ ਦਰਸ਼ਨ ਕਿਵੇਂ ਕਰਾਂ? ਫਿਰ ਜਦੋਂ ਪਿਆਰੇ ਪ੍ਰੀਤਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮੁਖ ਹੋਣ ਦਾ ਦਾਸ ਨੂੰ ਸਮਾਂ ਮਿਲਿਆ ਤਾਂ ਦਾਸ ਨੇ ਬੇਨਤੀ ਕਰ ਦਿੱਤੀ ਕਿ ਸੁੱਖਾਂ ਦੇ ਦਾਤੇ, ਆਪ ਜੀ ਦੀ ਰਹਿਮਤ ਨਾਲ ਆਪ ਜੀ ਦੇ ਦਰਸ਼ਨ ਵੀ ਹੋ ਜਾਂਦੇ ਹੁੰਦੇ ਹਨ। ਆਪ ਜੀ ਦੀ ਰਹਿਮਤ ਨਾਲ ਆਪ ਜੀ ਦੇ ਦਰਸ਼ਨ ਵੀ ਹੋ ਜਾਂਦੇ ਹਨ ਅਤੇ ਨਿਰੰਜਨੀ ਜੋਤ ਦੇ ਰੂਪ ਵਿੱਚ ਪਰਮ ਈਸ਼ਵਰ ਦੇ ਵੀ ਦਰਸ਼ਨ ਹੋ ਜਾਂਦੇ ਹਨ। ਪਰ ਸੁਤੇਮਾਨ ਪ੍ਰਕਾਸ਼ ਵਿੱਚੋਂ ਪਰਮਾਤਮਾ ਜੀ ਦੇ ਦਰਸ਼ਨ ਕਿਵੇਂ ਕਰਾਂ? ਅੱਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਹੇ ਮੇਰੇ ਅਜ਼ੀਜ਼, ਮੂਲ ਮੰਤਰ ਕਰਤਾਰ ਦਾ ਚਿਹਰਾ ਹੈ ਅਤੇ ਵਾਹਿਗੁਰੂ ਮੰਤਰ ਕਰਤਾਰ ਦਾ ਸਰੀਰ ਹੈ। ਜਦੋਂ ਕਦੇ ਵੀ ਨਿਰਾਕਾਰ ਨਿਰੰਕਾਰ ਨੂੰ ਦੇਖਣਾ ਹੋਵੇ ਤਾਂ ਦੋਵੇਂ ਮੰਤਰਾਂ ਦਾ ਪ੍ਰੇਮ ਨਾਲ ਪਾਠ ਕਰਨਾ। ਮੂਲ ਮੰਤਰ ਨਿਰੰਕਾਰ ਦਾ ਨਿਰਗੁਣ ਸਰੂਪ ਹੈ ਅਤੇ ਵਾਹਿਗੁਰੂ ਮੰਤਰ ਨਿਰੰਕਾਰ ਜੀ ਦਾ ਸਰਗੁਣ ਸਰੂਪ ਹੈ। ਚਿਹਰਾ ਕੋਮਲ ਹੁੰਦਾ ਹੈ ਅਤੇ ਸਰੀਰ ਸਖਤ ਹੁੰਦਾ ਹੈ, ਯਾਨੀ ਕਿ ਸਥੂਲ ਹੁੰਦਾ ਹੈ। ਪਹਿਲਾਂ ਨਿਰੰਕਾਰ ਦੇ ਚਿਹਰੇ ਦੇ ਦਰਸ਼ਨ ਕਰੋ ਅਤੇ ਫਿਰ ਨਿਰੰਕਾਰ ਦੇ ਸਰੀਰ ਦੇ ਦਰਸ਼ਨ ਕਰੋ। ਸੋ ਸੰਗਤ ਜੀ, ਹੁਣ ਕਦੇ ਵੀ ਜਦੋਂ ਮੈਂ ਸੁਤੇਮਾਨ ਪ੍ਰਕਾਸ਼ ਵਿੱਚੋਂ ਨਿਰੰਕਾਰ ਜੀ ਦੇ ਦਰਸ਼ਨ ਕਰਨੇ ਹੁੰਦੇ ਹਨ ਤਾਂ ਕਿੰਨਾ ਚਿਰ ਮੂਲ ਮੰਤਰ ਦਾ ਪਾਠ ਕਰਦਾ ਰਹਿੰਦਾ ਅਤੇ ਫਿਰ ਕਿੰਨੀ ਦੇਰ ਵਾਹਿਗੁਰੂ ਮੰਤਰ ਦਾ ਪਾਠ ਕਰਦਾ ਰਹਿੰਦਾ ਤਾਂ ਕਿਤੇ ਜਾ ਕੇ ਸੁਤੇਮਾਨ ਪ੍ਰਕਾਸ਼ ਤੋਂ ਬਾਹਰ ਆ ਕੇ ਨਿਰੰਕਾਰ ਜੀ ਇਸ ਬੱਚੇ ਨੂੰ ਆਪਣੇ ਦਰਸ਼ਨ ਦੇ ਜਾਂਦੇ ਹਨ। ਸੋ ਸੰਗਤ ਜੀ, ਨਿਰਗੁਣ ਦਾ ਮਤਲਬ ਹੈ ਕਿ ਨਿਰੰਕਾਰ ਜੀ ਜਾਤ ਪਾਤ ਅਤੇ ਰੂਪ ਰੰਗ ਤੋਂ ਨਿਆਰੇ ਹਨ ਅਤੇ ਸਰਗੁਣ ਦਾ ਮਤਲਬ ਹੈ ਕਿ ਜਦੋਂ ਨਿਰੰਕਾਰ ਜੀ ਸਰੀਰ ਧਾਰਨ ਕਰਕੇ ਜਗਤ ਵਿੱਚ ਆਏ ਸਨ। ਸਰਗੁਣ ਦਾ ਅਰਥ ਇਹ ਹੈ। ਸੋ ਸੰਗਤ ਜੀ, ਮੂਲ ਮੰਤਰ ਪ੍ਰਮਾਤਮਾ ਦਾ ਚਿਹਰਾ ਹੈ ਅਤੇ ਵਾਹਿਗੁਰੂ ਮੰਤਰ ਪ੍ਰਮਾਤਮਾ ਜੀ ਦਾ ਸਰੀਰ ਹੈ। ਸਰੀਰ ਤੋਂ ਭਾਵ ਹੈ ਕਿ ਵਾਵਾ ਵਾਸੁਦੇਵ ਹਾਹਾ ਹਰੀ ਗੱਗਾ ਗੋਬਿੰਦ ਰਾਰਾ ਰਾਮ। ਅੱਛਾ, ਜਦੋਂ ਅਸੀਂ ਵਾਹਿਗੁਰੂ ਜੀ ਦੇ ਅਰਥ ਕਰਨੇ ਨਾ, ਵਾਵਾ ਵਾਸੁਦੇਵ ਹਾਹਾ ਹਰੀ ਗੱਗਾ ਗੋਬਿੰਦ ਰਾਰਾ ਰਾ, ਉਦੋਂ ਗੱਗਾ ਗੋਬਿੰਦ ਨਹੀਂ ਕਹਿਣਾ, ਉਦੋਂ ਗੱਗਾ ਗੋਬਿੰਦ ਅਰਥ ਨਹੀਂ ਕਰਨਾਗਾ। ਗੱਗੇ ਨੂੰ ਔਂਕੜ ਬੋਲ ਕੇ ਅਰਥ ਕਰਨਾ, ਗੱਗਾ ਗੋਬਿੰਦ ਐ ਬੋਲਣਾ। ਵਾਵਾ ਵਾਸੁਦੇਵ ਹਾਹਾ ਹਰੀ ਗੱਗਾ ਗੋਬਿੰਦ। ਗੱਗੇ ਨੂੰ ਔਂਕੜ ਲੱਗੀ ਨਾ, ਗੱਗੇ ਔਂਕੜ ਰਾੜੇ ਅੰਕੜ ਗੁਰੂ, ਹੈ ਨਾ, ਇਸ ਤਰ੍ਹਾਂ। ਗੋਬਿੰਦ ਨਹੀਂ ਕਹਿਣਾ। ਇਹ ਵਾਹਿਗੁਰੂ ਦੇ ਅਰਥ ਕਰਨ ਲੱਗਾ ਤਾਂ ਗੋਬਿੰਦ ਕਹਿਣਾ।
ਸੋ ਸਰੀਰ ਤੋਂ ਭਾਵ ਹੈ ਵਾਵਾ ਵਾਸਦੇਵ ਹਾਹਾ ਹਰੀ ਗੱਗਾ ਗੋਬਿੰਦ ਰਾਰਾ ਰਾਮ। ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਵਾਹਿਗੁਰੂ ਸ਼ਬਦ ਦੇ ਇਹ ਅਰਥ ਭਾਈ ਗੁਰਦਾਸ ਜੀ ਨੇ ਆਪ ਕੀਤੇ ਹੈ। ਭਾਈ ਸਾਹਿਬ ਜੀ ਕਹਿੰਦੇ ਹਨ ਕਿ ਵਾਸਦੇਵ, ਹਰੀ, ਗੋਬਿੰਦ ਅਤੇ ਰਾਮ, ਇਹਨਾਂ ਸਾਰੇ ਨਾਮਾਂ ਕਰਕੇ ਪ੍ਰਮਾਤਮਾ ਜੀ ਸੰਸਾਰ ਵਿੱਚ ਆਏ ਹਨ ਅਤੇ ਪ੍ਰਜਾ ਦੇ ਸਾਹਮਣੇ ਰਹਿ ਕੇ ਸੰਸਾਰ ਦੇ ਕਾਰ ਵਿਹਾਰ ਕਰਦੇ ਰਹੇ ਹਨ। ਪਰ ਮੂਲ ਮੰਤਰ ਦੇ ਰੂਪ ਵਿੱਚ ਪ੍ਰਮਾਤਮਾ ਜੀ ਜਨਮ, ਮਰਨ ਅਤੇ ਸ਼ਕਲ ਸੂਰਤ ਤੋਂ ਭਿੰਨ ਹਨ। ਪਰ ਬ੍ਰਹਮ ਗਿਆਨ ਦੇ ਮੁਤਾਬਕ ਵਾਹਿਗੁਰੂ ਦੇ ਅਰਥ ਇਸ ਤਰ੍ਹਾਂ ਵੀ ਬਣਦੇ ਹਨ। ਵਾ ਤੋਂ ਭਾਵ ਪਵਨ ਸਮਾਨ ਤੇ ਚੱਲਣ ਵਾਲਾ ਵਾਹਿਗੁਰੂ, ਹਵਾ ਸਮਾਨ ਤੇਜ ਚੱਲਣ ਵਾਲਾ ਵਾਹਿਗੁਰੂ ਵਾ। ਫਿਰ ਅੱਗੇ ਹਾਹੇ ਨਿਸਾਰੀ ਹੈ। ਹੇ ਤੋਂ ਭਾਵ ਨਿਸ਼ਚੈ ਅਤੇ ਯਕੀਨ ਦਾ ਪ੍ਰਤੀਕ ਵਾਹਿਗੁਰੂ। ਸੰਸਾਰ ਦੀ ਹਰ ਵਸਤੂ ਦਾ ਸਬੱਬ ਅਤੇ ਕਾਰਨ ਹੈ ਵਾਹਿਗੁਰੂ। ਹੇ ਤੋਂ ਭਾਵ ਗੋ, ਗੋ ਤੋਂ ਭਾਵ ਇਸ਼ਾਰਿਆਂ ਦੀ ਬਾਣੀ ਬੋਲਣ ਵਾਲਾ ਵਾਹਿਗੁਰੂ। ਗੋ ਤੋਂ ਭਾਵ ਇਸ਼ਾਰਿਆਂ ਦੀ ਬਾਣੀ ਬੋਲਣ ਵਾਲਾ ਵਾਹਿਗੁਰੂ, ਜਿਸ ਦੇ ਅੱਖਰ ਸਪਸ਼ਟ ਨਾ ਸਮਝੇ ਜਾ ਸਕਣ, ਉਹ ਪ੍ਰਮਾਤਮਾ ਵਾਹਿਗੁਰੂ। ਵਿਦਵਾਨ ਪੁਰਸ਼ਾਂ ਨੇ ਗੂ ਦੇ ਅਰਥ ਸਪਸ਼ਟ ਬਾਣੀ ਬੋਲਣਾ ਲਿਖਿਆ। ਅਸਪਸ਼ਟ ਦਾ ਮਤਲਬ ਹੋ ਗਿਆ ਜੋ ਸਪਸ਼ਟ ਨਹੀਂ ਹੁੰਦੀ, ਕਲੀਅਰ ਨਹੀਂ ਹੁੰਦੀ। ਤੋ ਵਿਦਵਾਨ ਪੁਰਸ਼ਾਂ ਨੇ ਗੋ ਦਾ ਅਰਥ ਅਸਪਸ਼ਟ ਬਾਣੀ ਬੋਲਣਾ ਲਿਖਿਆ। ਪਰ ਉਂਝ ਦੂਸਰੇ ਵਿਸ਼ੇ ਵਿੱਚ ਗੂ ਦੇ ਅਰਥ ਅੰਧੇਰਾ ਵੀ ਬਣਦਾ ਹੈ ਨਾ। ਗੂ ਦੇ ਅਰਥ ਅੰਧੇਰਾ ਵੀ ਬਣਦਾ, ਪਰ ਇੱਥੇ ਆਪਣਾ ਵਿਸ਼ਾ ਹੋਰ ਚੱਲ ਰਿਹਾ। ਪਰਮਾਤਮਾ ਤੇ ਅਵਤਾਰੀ ਪੁਰਸ਼ ਅਕਸਰ ਹੀ ਆਪਸ ਵਿੱਚ ਇਸ਼ਾਰਿਆਂ ਦੀ ਭਾਸ਼ਾ ਬੋਲਦੇ ਰਹਿੰਦੇ ਨੇ। ਗੋ, ਗੋ ਤੋਂ ਭਾਵ ਅਸਪਸ਼ਟ ਸ਼ਬਦਾਂ ਦੀ ਭਾਸ਼ਾ, ਜੋ ਸਮਝ ਵਿੱਚ ਨਾ ਆਉਂਦੀ ਹੋਵੇ, ਜੋ ਅੱਖਰਾਂ ਵਿੱਚ ਵੀ ਨਹੀਂ ਹੁੰਦੀ, ਅੱਖਰਾਂ ਤੋਂ ਵੀ ਬਾਹਰ ਹੁੰਦੀ ਹੈ। ਵਾਹਿ ਗੋ, ਗੋ ਦੇ ਅਰਥ ਹੋ ਗਏ। ਠੀਕ ਹੈ, ਤੇ ਇਸ ਦਾ ਅਰਥ ਹੈ ਕਿ ਇਹ ਇਸ਼ਾਰਿਆਂ ਦੀ ਭਾਸ਼ਾ ਹੈ, ਅੱਖਰਾਂ ਤੋਂ ਬਾਹਰ ਦੀ ਭਾਸ਼ਾ ਹੈ। ਜਿਵੇਂ ਤੁਸੀਂ ਅੱਜ ਕੱਲ ਕਈ ਤਰ੍ਹਾਂ ਦੀ ਸਟੱਡੀ ਚੱਲ ਰਹੀ ਨਾ, ਕੋਈ ਕਿਸ ਤਰ੍ਹਾਂ ਦੀ ਭਾਸ਼ਾ ਬੋਲਦਾ, ਮਤਲਬ ਗੁਪਤ ਭਾਸ਼ਾ ਜਿਹਨੂੰ ਕਹਿੰਦੇ ਆਪਾਂ। ਜਿਵੇਂ ਕਹਿੰਦੇ ਆਪਾਂ ਬੋਡੀ ਲੈਂਗੁਏਜ, ਜਿਹੜੀ ਬੋਡੀ ਲੈਂਗੁਏਜ ਹੁੰਦੀ ਹੈ ਉਹਦੇ ਵਿੱਚ ਅੱਖਰਾਂ ਦੀ ਭਾਸ਼ਾ ਨਹੀਂ ਨਾ ਵਰਤੀ ਜਾਂਦੀ, ਬੋਡੀ ਲੈਂਗੁਏਜ ਹੀ ਹੁੰਦੀ ਹੈ। ਤੁਹਾਡੀ ਬੋਡੀ ਦੇ ਮੁਤਾਬਕ ਤੁਸੀਂ ਇਸ਼ਾਰਿਆਂ ਦੇ ਨਾਲ ਜਾਂ ਬਿਨਾਂ ਇਸ਼ਾਰੇ ਤੋਂ ਵੀ ਕਿਸੇ ਨੂੰ ਗੱਲ ਸੁਣ ਸਕਦੇ, ਉਹਨੂੰ ਕਹਿੰਦੇ ਬੋਡੀ ਲੈਂਗੁਏਜ। ਇਸੇ ਤਰ੍ਹਾਂ ਜਿਹੜੀ ਇਹ ਲੈਂਗੁਏਜ ਹੁੰਦੀ ਜਿਸ ਦਾ ਕੋਈ ਅੱਖਰ ਨਹੀਂ ਹੁੰਦਾ, ਜਿਸ ਦੀ ਕੋਈ ਭਾਸ਼ਾ ਨਹੀਂ ਹੁੰਦੀ, ਗੋ, ਇਸ ਭਾਸ਼ਾ ਨੂੰ ਪ੍ਰਮਾਤਮਾ ਅਤੇ ਅਵਤਾਰੀ ਪੁਰਸ਼ ਅਕਸਰ ਹੀ ਆਪਸ ਵਿੱਚ ਇਸ਼ਾਰਿਆਂ ਦੀ ਭਾਸ਼ਾ ਬੋਲਦੇ ਹਨ ਅਤੇ ਸਮਝਦੇ ਵੀ ਹਨ। ਜਾਂ ਫਿਰ ਰਿਸ਼ੀ ਮੁਨੀ ਅਤੇ ਸੰਤ ਮਹਾਂਪੁਰਖ ਵੀ ਇਸ਼ਾਰਿਆਂ ਦੀ ਬੋਲੀ ਬੋਲਦੇ ਹਨ, ਜੋ ਸਾਡੀ ਸਮਝ ਤੋਂ ਪਰੇ ਦੀ ਗੱਲ ਹੁੰਦੀ ਹੈ। ਇਹ ਰਮਜ਼ਾਂ ਨੂੰ ਤਾਂ ਸਤਿਪੁਰਸ਼ ਹੀ ਜਾਣਦੇ ਹੁੰਦੇ ਆ। ਜਿਵੇਂ ਕਿ ਕਹਿੰਦੇ ਹੁੰਦੇ ਨਾ ਕਿ ਗੁੰਗੇ ਦੀਆਂ ਰਮਜ਼ਾਂ ਗੁੰਗੇ ਦੀ ਮਾਂ ਹੀ ਸਮਝਦੀ ਹੈ। ਇਸੇ ਤਰ੍ਹਾਂ ਇਹ ਜਿਹੜੀ ਸਪਸ਼ਟ ਸ਼ਬਦਾਂ ਦੀ ਭਾਸ਼ਾ ਹੈ, ਇਹ ਉਹੀ ਲੋਕ ਜਾਣਦੇ ਆ। ਵਾਹਿਗੁਰੂ ਸਪਸ਼ਟ ਸ਼ਬਦਾਂ ਦੀ ਇਸ਼ਾਰਿਆਂ ਦੀ ਭਾਸ਼ਾ ਬੋਲਣ ਵਾਲਾ। ਜਿਵੇਂ ਬ੍ਰਹਿਮੰਡ ਦੇ ਵਿੱਚ ਬਹੁਤ ਸਾਰੇ ਇਸ਼ਾਰੇ ਕਰਦੇ ਆ ਈਸ਼ਵਰ, ਬ੍ਰਹਿਮੰਡ ਦੇ ਰਾਹੀਂ, ਤਾਰਿਆਂ ਦੇ ਰਾਹੀਂ, ਜਿਸਨੂੰ ਅਸੀਂ ਤਾਰੇ ਕਹਿੰਦੇ ਆ। ਤੋ ਉਹ ਵੀ ਇੱਕ ਬ੍ਰਹਿਮੰਡ ਹੈ, ਮੰਡਲ ਹੈ। ਉਹਨਾਂ ਮੰਡਲਾਂ ਦੇ ਰਾਹੀਂ ਸਾਨੂੰ ਹਵਾ ਦੇ ਰਾਹੀਂ, ਬਾਰਿਸ਼ ਦੇ ਰਾਹੀਂ, ਸੂਰਜ ਦੀ ਧੁੱਪ ਦੇ ਰਾਹੀਂ, ਚੰਦਰਮਾ ਦੀ ਰੋਸ਼ਨੀ ਦੇ ਰਾਹੀਂ ਬਹੁਤ ਸਾਰੇ ਇਸ਼ਾਰੇ ਮਿਲਦੇ ਆ। ਇਹਨਾਂ ਇਸ਼ਾਰਿਆਂ ਨੂੰ ਅਸੀਂ ਨਹੀਂ ਸਮਝ ਸਕਦੇ, ਉਹ ਉਹੀ ਸਮਝ ਸਕਦੇ ਹਨ ਜੋ ਵਾਹਿਗੁਰੂ ਜੀ ਦੇ ਨਜ਼ਦੀਕ ਹਨ। ਇਸੇ ਤਰ੍ਹਾਂ ਹੀ
ਇਹ ਜਿਹੜੀ ਭਾਸ਼ਾ ਹੁੰਦੀ ਹੈ, ਪ੍ਰਮਾਤਮਾ ਤੇ ਅਵਤਾਰੀ ਪੁਰਸ਼ ਹੀ ਇੱਕ ਦੂਸਰੇ ਨਾਲ ਸਮਝ ਸਕਦੇ। ਗੋ ਦੀ ਭਾਸ਼ਾ ਅਕਸਰ ਹੀ ਆਪਸ ਵਿੱਚ ਇਸ਼ਾਰਿਆਂ ਦੀ ਭਾਸ਼ਾ ਬੋਲਦੇ ਰਹਿੰਦੇ, ਅਵਤਾਰੀ ਪੁਰਸ਼ ਪ੍ਰਮਾਤਮਾ ਜਾਂ ਫਿਰ ਰਿਸ਼ੀ ਮੁਨੀ ਤੇ ਸੰਤ ਮਹਾਂਪੁਰਸ਼ ਵੀ ਇਸ਼ਾਰਿਆਂ ਦੀ ਭਾਸ਼ਾ ਬੋਲਦੇ ਰਹਿੰਦੇ ਆ, ਜੋ ਸਾਡੀ ਸਮਝ ਤੋਂ ਪਰੇ ਦੀ ਗੱਲ ਹੁੰਦੀ ਆ। ਜਿਵੇਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਮੁਲਤਾਨ ਸ਼ਹਿਰ ਵਿੱਚ ਗਏ ਤਾਂ ਉੱਥੇ ਪਹਿਲਾਂ ਹੀ ਬਹੁਤ ਸਾਰੇ ਪੀਰ ਮੁਰੀਦ ਰਹਿੰਦੇ ਸਨ। ਮੁਲਤਾਨ ਦੇ ਆਗੂ ਪੀਰ ਨੇ ਗੁਰੂ ਜੀ ਕੋਲ ਦੁੱਧ ਦਾ ਨੱਕੋ ਨੱਕ ਭਰਿਆ ਕਟੋਰਾ ਭੇਜਿਆ, ਤਾਂ ਅੱਗੋਂ ਗੁਰੂ ਜੀ ਨੇ ਉਸ ਭਰੇ ਦੁੱਧ ਦੇ ਕਟੋਰੇ ਵਿੱਚ ਚੰਬੇਲੀ ਦਾ ਫੁੱਲ ਰੱਖ ਦਿੱਤਾ ਅਤੇ ਵਾਪਸ ਭੇਜ ਦਿੱਤਾ। ਪਰ ਉਹ ਦੁੱਧ ਵਿੱਚ ਫੁੱਲ ਰੱਖਣ ਨਾਲ ਕਟੋਰੇ ਦਾ ਦੁੱਧ ਡੁੱਲਿਆ ਨਹੀਂ। ਪਰ ਇਸ ਗੱਲ ਦੀ ਬਾਲੇ ਮਰਦਾਨੇ ਨੂੰ ਸਮਝ ਨਾ ਆਈ। ਉਹਨਾਂ ਨੇ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ, ਹੇ ਭਾਈ, ਪੀਰਾਂ ਦੇ ਆਗੂ ਦਾ ਕਹਿਣਾ ਹੈ ਕਿ ਇਹ ਨਗਰੀ ਪਹਿਲਾਂ ਹੀ ਪੀਰਾਂ ਨਾਲ ਭਰੀ ਹੋਈ ਹੈ। ਇਸ ਸ਼ਹਿਰ ਵਿੱਚ ਹੋਰ ਕੋਈ ਪੀਰ ਨਹੀਂ ਠਹਿਰ ਸਕਦਾ। ਫਿਰ ਅਸੀਂ ਚੰਬੇਲੀ ਦਾ ਫੁੱਲ ਦੁੱਧ ਵਿੱਚ ਰੱਖ ਕੇ ਦੱਸ ਦਿੱਤਾ ਕਿ ਸਾਡਾ ਭਾਰ ਤਾਂ ਕੁਝ ਵੀ ਨਹੀਂ, ਅਸੀਂ ਤੁਹਾਡੇ ਉੱਤੇ ਭਾਰ ਨਹੀਂ ਬਣਾਂਗੇ। ਯਾਨੀ ਕਿ ਰੱਬੀ ਰੂਹਾਂ ਅਤੇ ਹੰਕਾਰ ਤੋਂ ਰਹਿਤ ਪੁਰਸ਼ਾਂ ਦਾ ਕੋਈ ਭਾਰ ਨਹੀਂ ਹੁੰਦਾ। ਉਹ ਕਿਸੇ ਦੀ ਥਾਂ ਵੀ ਨਹੀਂ ਰੋਕਦੇ ਅਤੇ ਕਿਸੇ ਨੂੰ ਦੁੱਖ ਵੀ ਨਹੀਂ ਦਿੰਦੇ। ਪਰ ਮੈਂ ਮੇਰੀ ਅਤੇ ਹੰਕਾਰ ਨਾਲ ਭਰੇ ਪੁਰਸ਼ਾਂ ਦਾ ਬਹੁਤ ਭਾਰ ਹੁੰਦਾ। ਉਹ ਹਰ ਥਾਂ ਅਤੇ ਹਰ ਚੀਜ਼ ਨੂੰ ਆਪਣੀ ਸਮਝ ਕੇ ਦੂਜਿਆਂ ਨੂੰ ਦੁੱਖ ਦਿੰਦੇ ਰਹਿੰਦੇ ਆ। ਸੋ ਸੰਗਤ ਜੀ, ਇਸ ਤਰ੍ਹਾਂ ਇਸ਼ਾਰਿਆਂ ਦੀ ਭਾਸ਼ਾ ਨੂੰ ਗੂ ਦੀ ਪ੍ਰਾਪਤੀ ਵਾਲੇ ਹੀ ਸਮਝ ਸਕਦੇ ਹਨ। ਰੂ ਤੋਂ ਭਾਵ ਹੈ, ਜਿਵੇਂ ਕਿ ਵਾਹ ਬੋਲਿਆ ਪਹਿਲਾਂ ਆਪਾਂ, ਫਿਰ ਹੇ ਬੋਲਿਆ, ਫਿਰ ਗੂ ਬੋਲਿਆ, ਹੁਣ ਰੂ। ਉਂਝ ਤਾਂ ਰੂ ਦਾ ਪ੍ਰਕਾਸ਼ ਅਰਥ ਗ੍ਰਾਮਰ ਦੇ ਮੁਤਾਬਕ ਪ੍ਰਕਾਸ਼ ਬਣਦਾ, ਓਕੇ, ਬਟ ਇੱਥੇ ਵਿਸ਼ਾ ਹੋਰ ਚੱਲ ਰਿਹਾ। ਇੱਥੇ ਰੂ ਤੋਂ ਭਾਵ ਚਿਹਰਾ ਜਾਂ ਹੇਤੂ, ਸਾਹਮਣੇ ਖੜੀ ਆਸ਼ਾ ਜਾਂ ਉਮੀਦ ਦਾ ਪ੍ਰਤੀਕ ਹੈ ਵਾਹਿਗੁਰੂ। ਰੂ ਤੋਂ ਭਾਵ ਜੇ ਆਪਾਂ ਰੂ ਦਾ ਭਾਵ ਪ੍ਰਕਾਸ਼ ਵੀ ਕਰਾਂਗੇ ਤਾਂ ਵੀ ਇਹ ਲੱਗਦਾ ਵੀ ਪ੍ਰਕਾਸ਼ ਸਾਹਮਣੇ ਹੀ ਹੁੰਦਾ ਹੈ। ਤਾਂ ਰੂ ਤੋਂ ਭਾਵ ਚਿਹਰਾ ਜਾਂ ਹੇਤੂ। ਹੇਤੂ ਦਾ ਮਤਲਬ ਅੱਖ, ਸਾਹਮਣੇ ਖੜੀ ਆਸ਼ਾ ਜਾਂ ਉਮੀਦ ਵੀ ਇਹਦਾ ਅਰਥ ਬਣਦਾ ਹੈ। ਜੋ ਤੁਹਾਡੇ ਸਾਹਮਣੇ ਕਈ ਵਾਰੀ ਤੁਹਾਡੀ ਆਸ਼ਾ, ਤੁਹਾਡੀ ਇੱਛਾ, ਤੁਹਾਡੀ ਉਮੀਦਾਂ ਤੁਹਾਡੇ ਸਾਹਮਣੇ ਖੜੀਆਂ ਹੁੰਦੀਆਂ ਹਨਾ, ਪਰ ਤੁਸੀਂ ਕਦੇ ਕਦੇ ਉਹਨਾਂ ਨੂੰ ਮਿਸ ਕਰ ਜਾਂਦੇ ਹੋ, ਛੱਡ ਦਿੰਦੇ ਹੋ ਉਸ ਉਮੀਦ ਨੂੰ। ਆਪਾਂ ਆਪਣੀ ਆਸ਼ਾ ਨੂੰ ਛੱਡ ਦਿੰਦੇ ਆ, ਆਪਣੀਆਂ ਉਮੀਦਾਂ ਛੱਡ ਬੈਠਦੇ ਆ। ਸੋ ਜੋ ਸਾਹਮਣੇ ਖੜੀਆਂ ਹੁੰਦੀਆਂ ਕਦੇ ਕਦੇ ਤੁਸੀਂ ਉਹਨਾਂ ਨੂੰ ਮਿਸ ਕਰ ਦਿੰਦੇ ਹੋ, ਹੈ ਨਾ, ਪਰ ਹੁੰਦੀ ਤਾਂ ਤੁਹਾਡੇ ਸਾਹਮਣੇ ਹੈ ਨਾ। ਰੂ ਤੋਂ ਭਾਵ ਕਿ ਚਿਹਰਾ ਜਾਂ ਅਕਸ ਜਾਂ ਤੁਹਾਡੇ ਸਾਹਮਣੇ ਖੜੀ ਉਮੀਦ। ਤੁਹਾਡੀ ਉਮੀਦ ਕੀ ਹੈ? ਮੇਰੀ ਉਮੀਦ ਕੀ ਹੈ? ਗੁਰੂ ਨਾਨਕ ਨੂੰ ਮਿਲਣ ਦੀ ਉਮੀਦ ਹੈ, ਪ੍ਰਮਾਤਮਾ ਨੂੰ ਦੇਖਣ ਦੀ ਉਮੀਦ ਹੈ। ਸੋ ਉਮੀਦ ਦਾ ਪ੍ਰਤੀਕ ਹੈ ਪ੍ਰਮਾਤਮਾ ਵਾਹਿਗੁਰੂ। ਰੂ ਤੋਂ ਭਾਵ ਉਮੀਦ ਦਾ ਪ੍ਰਤੀਕ ਹੈ ਵਾਹਿਗੁਰੂ। ਉਮੀਦ ਦਾ ਪ੍ਰਤੀਕ ਵਾਹਿਗੁਰੂ ਹੈ, ਆਸ਼ਾ ਦਾ ਪ੍ਰਤੀਕ ਵਾਹਿਗੁਰੂ ਹੈ, ਚਿਹਰੇ ਦਾ ਪ੍ਰਤੀਕ ਵਾਹਿਗੁਰੂ ਹੈ, ਅਕਸ ਦਾ ਪ੍ਰਤੀਕ ਵਾਹਿਗੁਰੂ ਹੈ। ਰੂ ਤੋਂ ਭਾਵ ਜਾਂ ਫਿਰ ਇਸ ਤਰ੍ਹਾਂ ਵੀ ਆਪਾਂ ਇਹਨਾਂ ਦੇ ਕੱਲੇ ਕੱਲੇ ਅੱਖਰ ਦਾ ਫੇਰ ਵੀ ਇਸ ਤਰੀਕੇ ਨਾਲ ਵੀ ਅਰਥ ਕਰ ਸਕਦੇ ਹਾਂ ਗਿਆਨ ਦੀ ਦੁਨੀਆ ਵਿੱਚ, ਵਿਦਵਾਨਾਂ ਦੀ ਦੁਨੀਆ ਵਿੱਚ, ਕਿ ਵਾਸੂਦੇਵ ਤੋਂ ਭਾਵ ਜਿਸ ਵਿੱਚ ਸਭ ਦਾ ਨਿਵਾਸ ਹੈ। ਵਾਸੂਦੇਵ ਮੀਨਸ ਜਿਸ ਵਿੱਚ ਸਭ ਦਾ ਨਿਵਾਸ ਹੈ, ਜੋ ਸਭ ਦੇ ਵਿੱਚ ਰਹਿੰਦਾ ਹੈ। ਹਰੀ ਤੋਂ ਭਾਵ ਸਾਡੇ ਦੁੱਖਾਂ ਦਾ ਹਰਨ ਕਰਨ ਵਾਲਾ ਵਾਹਿਗੁਰੂ, ਸਾਡੇ ਹਿਰਦਿਆਂ ਦੀ ਤਪਸ਼ ਮਿਟਾਉਣ ਵਾਲਾ ਵਾਹਿਗੁਰੂ। ਗੋਬਿੰਦ ਤੋਂ ਭਾਵ ਗਿਆਨ ਕਰਕੇ ਪ੍ਰਤਾਪ ਪ੍ਰਾਪਤ ਹੋਣ ਵਾਲਾ। ਗੋਬਿੰਦ ਤੋਂ ਭਾਵ ਗਿਆਨ ਕਰਕੇ ਪ੍ਰਾਪਤ ਹੋਣ ਵਾਲਾ ਵਾਹਿਗੁਰੂ। ਯਾਨੀ ਕਿ ਗੋ ਤੋਂ ਭਾਵ ਹੋ ਗਿਆ ਗੁਰਬਾਣੀ ਵਿੱਚੋਂ, ਬਿੰਦ ਤੋਂ ਭਾਵ ਲੱਭਿਆ ਜਾਵੇ ਵਾਹਿਗੁਰੂ ਨੂੰ, ਗੁਰਬਾਣੀ ਵਿੱਚੋਂ ਵਾਹਿਗੁਰੂ ਨੂੰ ਲੱਭਿਆ ਜਾਵੇ। ਗੋ ਤੋਂ ਭਾਵ ਹੋ ਗਿਆ, ਠੀਕ ਹੈ। ਜਿਵੇਂ ਕਿ ਗੁਰਬਾਣੀ ਪੜ੍ਹ ਕੇ, ਗੋ ਤੋਂ ਭਾਵ ਹੋ ਗਿਆ ਕਿ ਗੁਰਬਾਣੀ ਪੜ੍ਹ ਕੇ ਹਿਰਦੇ ਦੇ ਬਿੰਦੂ ਵਿੱਚੋਂ ਵਾਹਿਗੁਰੂ ਜੀ ਨੂੰ ਲੱਭਿਆ ਜਾਵੇ। ਹਿਰਦੇ ਦਾ ਬਿੰਦੂ ਕੀ ਹੈ? ਜਦੋਂ ਤੁਸੀਂ ਧਿਆਨ ਲਾਉਣੇ ਹੋ
ਜਿਵੇਂ 7 ਚੱਕਰਾਂ ਦੀ ਗੱਲ ਕਰਦੇ ਉਹ ਬਿੰਦੂ 7 ਹੈ। ਓਕੇ, ਪਰ ਇਸ ਤੋਂ ਅੱਗੇ ਦੀ ਜਿਹੜਾ ਦੁਨੀਆ ਹੈਗੀ, ਜਿਹੜੀ ਦੁਨੀਆ ਹੈ ਉਹ ਅੰਤਰ ਧਿਆਨ ਵਾਲੀ ਦੁਨੀਆ ਹੈ। ਇੱਕ ਤਾਂ ਧਿਆਨ ਹੀ ਲਾਉਂਦੇ ਆ ਸਿਰਫ, ਤੁਹਾਨੂੰ ਲੋਕ ਧਿਆਨ ਕਰਨਾ ਸਿਖਾਉਂਦੇ ਆ, ਤੁਹਾਨੂੰ ਲੋਕ 7 ਚੱਕਰਾਂ ਨੂੰ ਜਗਾਉਣ ਦਾ ਕਰਤੱਵ ਦੱਸਦੇ ਆ, ਬਟ ਅੰਤਰ ਧਿਆਨ ਕੀ ਹੁੰਦਾ? ਅੰਤਰ ਧਿਆਨ ਹੁੰਦਾ ਤੁਸੀਂ ਆਪਣੇ ਅੰਦਰ ਧਿਆਨ ਰੱਖਣਾ। ਜਦੋਂ ਤੁਸੀਂ ਧਿਆਨ ਮਾਰੋਗੇ, ਅੱਖਾਂ ਬੰਦ ਕਰਕੇ ਅੰਦਰ ਦੇਖੋਗੇ ਆਪਣੇ ਪੇਟ, ਆਪਣੇ ਹਿਰਦੇ ਵਿੱਚ, ਤਾਂ ਤੁਹਾਨੂੰ ਅੰਦਰ ਬੈਠਾ ਹੋਇਆ ਆਪਣੇ ਵਰਗਾ ਇੱਕ ਮਨੁੱਖ ਦਿਖਾਈ ਦੇਵੇਗਾ, ਹੈ ਨਾ। ਇਸ ਤਰ੍ਹਾਂ ਕਹਿੰਦੇ ਗੁਰੂ ਜੀ, ਕਹਿੰਦੇ ਗੋ ਤੋਂ ਭਾਵ ਹੈ ਕਿ ਗੁਰਬਾਣੀ ਪੜ੍ਹ ਕੇ ਹਿਰਦੇ ਦੇ ਬਿੰਦੂ ਵਿੱਚੋਂ ਵਾਹਿਗੁਰੂ ਜੀ ਨੂੰ ਲੱਭਿਆ ਜਾਵੇ। ਗੋਬਿੰਦ, ਗੋਬਿੰਦ ਤੋਂ ਭਾਵ ਇਹ ਬਣਦਾ ਵਾਸੁਦੇਵ ਹਰੀ ਗੋਬਿੰਦ। ਗੋਬਿੰਦ ਤੋਂ ਭਾਵ ਕਿ ਗਿਆਨ ਕਰਕੇ ਪ੍ਰਾਪਤ ਹੋਣ ਵਾਲਾ ਵਾਹਿਗੁਰੂ। ਗਿਆਨ ਕਦੋਂ ਹੋਊਗਾ? ਜਦੋਂ ਤੁਸੀਂ ਗੁਰਬਾਣੀ ਪੜ੍ਹ ਕੇ ਆਪਣੇ ਹਿਰਦੇ ਦੇ ਬਿੰਦੂ ਵਿੱਚੋਂ ਵਾਹਿਗੁਰੂ ਜੀ ਨੂੰ ਲੱਭੋਗੇ। ਉਹਨੂੰ ਕਹਿੰਦੇ ਗਿਆਨ ਕਰਕੇ ਪ੍ਰਾਪਤ ਹੋਣ ਵਾਲਾ ਵਾਹਿਗੁਰੂ। ਰਾਮ ਤੋਂ ਭਾਵ ਸੰਸਾਰ ਦੇ ਕਣ ਕਣ ਵਿੱਚ ਰਮਿਆ ਹੋਇਆ ਪਾਰ ਬ੍ਰਹਮ ਜਾਂ ਸਰਬ ਵਿਆਪੀ ਕਰਤਾਰ। ਸੋ ਸੰਗਤ ਜੀ, ਇਹ ਸੀ ਮੂਲ ਮੰਤਰ ਅਤੇ ਵਾਹਿਗੁਰੂ ਮੰਤਰ ਨੂੰ ਸਮਝਣ ਦੀ ਵਿਚਾਰ। ਯਾਨੀ ਕਿ ਮੂਲ ਮੰਤਰ ਕੀ ਚੀਜ਼ ਹੈ ਤੇ ਵਾਹਿਗੁਰੂ ਮੰਤਰ ਕੀ ਚੀਜ਼ ਹੈ, ਇਹ ਸਮਝਾਉਣ ਦੀ ਲੋੜ ਪਈ ਹੈ ਥੋੜਾ ਜਿਹਾ ਡੀਪਲੀ ਤੇ ਵਿਚਾਰ ਦੇ ਨਾਲ, ਥੋੜਾ ਡਿਟੇਲ ਦੇ ਨਾਲ। ਸੋ ਸੰਗਤ ਜੀ, ਇਹ ਵਿਚਾਰ ਤਾਂ ਸਿਰਫ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣ ਵਾਸਤੇ ਕੀਤੀ ਹੈ। ਬਾਕੀ ਸਮਝਣ ਵਾਲੀ ਗੱਲ ਤਾਂ ਇਹੀ ਹੀ ਹੈ ਕਿ ਮੂਲ ਮੰਤਰ ਨਿਰੰਕਾਰ ਦਾ ਚਿਹਰਾ ਤੇ ਵਾਹਿਗੁਰੂ ਮੰਤਰ ਨਿਰੰਕਾਰ ਜੀ ਦਾ ਸਰੀਰ ਹੈ। ਸਮਝਾਉਣ ਵਾਲੀ ਗੱਲ ਤਾਂ ਇੰਨੀ ਕੁ, ਬਟ ਡਿਟੇਲ ਨਾਲ ਤਾਂ ਸਮਝਾਈ ਕਿ ਤਾਂ ਕਿ ਸਮਝ ਲੱਗ ਜੇ ਵੀ ਮੂਲ ਮੰਤਰ ਵਾਹਿਗੁਰੂ ਦਾ ਚਿਹਰਾ ਕਿਉਂ ਹੈ, ਵਾਹਿਗੁਰੂ ਮੰਤਰ ਵਾਹਿਗੁਰੂ ਜੀ ਦਾ ਸਰੀਰ ਕਿਉਂ ਹੈ, ਇਸ ਕਰਕੇ ਡਿਟੇਲ ਨਾਲ ਸਮਝਾਇਆ। ਤੁਸੀਂ ਮੂਲ ਮੰਤਰ ਅਤੇ ਵਾਹਿਗੁਰੂ ਮੰਤਰ ਵਿੱਚ ਕੋਈ ਭੇਦ ਨਾ ਸਮਝੋ। ਕਈ ਲੋਕ ਪੁੱਛਦੇ ਆ, ਮੂਲ ਮੰਤਰ ਜਪੀਏ ਕਿ ਵਾਹਿਗੁਰੂ ਮੰਤਰ ਜਪੀਏ ਜੀ, ਦੱਸੋ ਇਹਦਾ ਕੀ ਜਵਾਬ ਦੇਈਏ ਤੁਹਾਨੂੰ? ਸਵਾਲ ਹੀ ਗਲਤ ਹੈ। ਉਹਦਾ ਫਿਰ ਜਵਾਬ ਕੀ ਹੈ? ਦੋਵੇਂ ਹੀ ਮਹਾਨ ਹੈ। ਵਾਹਿਗੁਰੂ ਮੰਤਰ ਤੇ ਮੂਲ ਮੰਤਰ ਦੇ ਵਿੱਚ ਕੋਈ ਭੇਦ ਨਾ ਸਮਝੋ। ਇਹਨਾਂ ਦੋਵਾਂ ਨੂੰ ਅਲੱਗ-ਅਲੱਗ ਸਮਝਣ ਵਾਲੇ ਹਮੇਸ਼ਾ ਹੀ ਦੁਬਿਧਾ ਦਾ ਸ਼ਿਕਾਰ ਬਣੇ ਰਹਿੰਦੇ ਆ। ਇਸ ਤਰ੍ਹਾਂ ਉਹ ਕਿਸੇ ਵੀ ਮੰਜ਼ਿਲ ਉੱਤੇ ਨਹੀਂ ਪਹੁੰਚ ਸਕਦੇ ਅਤੇ ਨਾ ਹੀ ਦੂਸਰਿਆਂ ਨੂੰ ਕਿਸੇ ਮੰਜ਼ਿਲ ਉੱਤੇ ਪਹੁੰਚਣ ਦਿੰਦੇ ਆ। ਅੱਜ ਜਿਵੇਂ ਬਹੁਤ ਸਾਰੇ YouTube ਤੇ ਦੇਖਦੇ ਆ, ਕੋਈ ਕੁਝ ਬੋਲੀ ਜਾਂਦਾ, ਕੋਈ ਕੁਝ ਬੋਲੀ ਜਾਂਦਾ, ਕੋਈ ਮੂਲ ਮੰਤਰ ਨੂੰ ਕਿਵੇਂ ਐਕਸਪਲੇਨ ਕਰਦਾ, ਕੋਈ ਵਾਹਿਗੁਰੂ ਮੰਤਰ ਨੂੰ ਕਿਵੇਂ ਐਕਸਪਲੇਨ ਕਰਦਾ। ਦੁਬਿਧਾ ਦੇ ਵਿੱਚ ਪਏ ਹੋਏ ਆ ਲੋਕ ਸੁਣ ਸੁਣ ਕੇ, ਹੈ ਨਾ। ਤਾਂ ਇਹ ਜਿਹੇ ਲੋਕ ਨਾ ਤਾਂ ਆਪ ਕਿਤੇ ਪਹੁੰਚਦੇ ਆ, ਨਾ ਦੂਜਿਆਂ ਨੂੰ ਕਿਤੇ ਪਹੁੰਚਣ ਦਿੰਦੇ ਆ। ਬਸ ਉਹ ਸਾਰੀ ਉਮਰ ਰਾਹ ਦੇ ਪਾਂਧੀ ਹੀ ਬਣੇ ਰਹਿੰਦੇ ਆ। ਪਰ ਜੇ ਕਿਸੇ ਨੇ ਨਿਰੰਕਾਰ ਜੀ ਦੇ ਸਰੀਰ ਸਮੇਤ ਦਰਸ਼ਨ ਕਰਨੇ ਹਨ ਤਾਂ ਉਹ ਮੂਲ ਮੰਤਰ ਅਤੇ ਵਾਹਿਗੁਰੂ ਮੰਤਰ ਦਾ ਜਾਪ ਕਰਨ, ਮਨ ਲਾ ਕੇ ਕਰਿਆ ਕਰਨ। ਇਸ ਤਰ੍ਹਾਂ ਕਰਨ ਦੇ ਨਾਲ ਨਿਰਾਕਾਰ ਨਿਰੰਕਾਰ ਜੀ ਦੇ ਦਰਸ਼ਨ ਜ਼ਰੂਰ ਹੋ ਜਾਣਗੇ। ਭੁੱਲਾਂ ਚੁੱਕਾਂ ਦੀ ਮਾਫੀ ਸੰਗਤ ਜੀ। ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।